ਹੈਲੋ एवरीवन ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਬੈਕ ਟੂ ਐਨੀਬਡੀ ਕੈਨ ਲਰਨ ਜੀਕੇ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਆਪਣੀ ਆਨਗੋਇੰਗ ਸੀਰੀਜ਼ ਹੈ ਉਹਦਾ ਆਪਾਂ ਪਾਰਟ 28 ਡਿਸਕਸ ਕਰਾਂਗੇ, ਜਿਹੜੀ ਕਿ ਤੁਹਾਨੂੰ ਆਉਣ ਵਾਲੇ ਨਾਇਬ ਤਹਿਸੀਲਦਾਰ ਦੇ ਐਗਜ਼ਾਮ ਵਿੱਚ ਡੈਫੀਨੇਟਲੀ ਹੈਲਪ ਕਰੇਗੀ। ਇਹ ਤੋਂ ਪਹਿਲਾਂ ਵੀ ਆਪਾਂ 27 ਪਾਰਟ ਆ ਚੁੱਕੇ ਨੇ, ਜੇਕਰ ਤੁਸੀਂ ਨਹੀਂ ਦੇਖਿਆ ਤੁਸੀਂ ਉਹ ਵੀ ਦੇਖਿਓ। ਡੈਫੀਨੇਟਲੀ ਤੁਹਾਡੀ ਜੀਕੇ ਦੇ ਜਿਹੜੀ ਨੌਲੇਜ ਹੈ ਉਹਦੇ ਵਿੱਚ ਵਾਧਾ ਹੋਏਗਾ। ਅਤੇ ਮੇਰੀ ਹੋਰ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਇਸ ਹੈਸ਼ਟੈਗ ਨਾਲ, #StudyWithSunilJindal। ਅੱਜ ਦੀ ਵੀਡੀਓ ਦਾ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਉਹ ਕਾਫੀ ਇੰਪੋਰਟੈਂਟ ਹੈਗਾ। ਪੋਲਿਟੀ ਦਾ ਹੈ ਕਿ ਵਿਚ ਆਫ ਦਾ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਗਵਰਨਰ ਆਫ ਐਨ ਇੰਡੀਅਨ ਸਟੇਟ ਇਜ਼ ਨਾਟ ਟਰੂ। ਯਾਨੀ ਕਿ 4 ਸਟੇਟਮੈਂਟ ਦਿੱਤੀ ਗਈਆਂ ਨੇ ਜੋ ਕਿ ਗਵਰਨਰ ਦੇ ਬਾਰੇ ਹੈ, ਤਾਂ ਉਹਦੇ ਵਿੱਚ ਪੁੱਛ ਰਿਹਾ ਹੈਗਾ ਕਿ ਕਿਹੜੀ ਨਾਟ ਟਰੂ ਹੈ, ਯਾਨੀ ਕਿ ਸਹੀ ਨਹੀਂ ਹੈ, ਯਾਨੀ ਕਿ ਉਹ ਗਲਤ ਹੈ। ਪਹਿਲੀ ਸਟੇਟਮੈਂਟ ਕਹਿ ਰਿਹਾ ਹੀ ਇਜ਼ ਅਪੋਇੰਟਡ ਬਾਏ ਦਾ ਪ੍ਰੈਜ਼ੀਡੈਂਟ ਆਫ ਇੰਡੀਆ, ਯਾਨੀ ਕਿ ਉਹ ਜਿਹੜਾ ਅਪੋਇੰਟਮੈਂਟ ਹੁੰਦੀ ਆ ਉਹ ਪ੍ਰੈਜ਼ੀਡੈਂਟ ਦੁਆਰਾ ਕੀਤੀ ਜਾਂਦੀ ਹੈ, ਤਾਂ ਸਟੇਟਮੈਂਟ ਬਿਲਕੁਲ ਸਹੀ ਹੈ। ਅਤੇ ਕੁਐਸਚਨ ਦੇ ਵਿੱਚ ਪੁੱਛਿਆ ਨਾਟ ਟਰੂ, ਦੈਟ ਮੀਨਸ ਆ ਤਾਂ ਨਹੀਂ ਹੋਊਗੀ, ਆਨਸਰ ਆਪਣਾ ਨਹੀਂ ਹੋਊਗਾ। ਸੈਕਿੰਡ ਕਹਿ ਰਿਹਾ ਹੀ ਕੈਨ ਬੀ ਗਵਰਨਰ ਆਫ ਮੋਰ ਦੈਨ ਵਨ ਸਟੇਟ, ਯਾਨੀ ਕਿ ਇੱਕ ਸਮੇਂ ਦੇ ਵਿੱਚ ਉਹ ਇੱਕ ਤੋਂ ਜ਼ਿਆਦਾ ਸਟੇਟ ਦਾ ਗਵਰਨਰ ਬਣ ਸਕਦਾ ਹੈ, ਆ ਵੀ ਗੱਲ ਬਿਲਕੁਲ ਸਹੀ ਹੈ, ਤਾਂ ਦੈਟ ਮੀਨਸ ਆ ਵੀ ਆਪਣਾ ਆਨਸਰ ਨਹੀਂ ਹੋਊਗਾ। ਉਸ ਤੋਂ ਬਾਅਦ ਕਹਿ ਰਿਹਾ ਜੀ ਹੀ ਹੋਲਡ ਆਫਿਸ ਫੋਰ ਅ ਟਰਮ ਆਫ 5 ਈਅਰ, ਯਾਨੀ ਕਿ ਉਹਦੀ ਜਿਹੜੀ ਬੇਸਿਕਲੀ ਟਰਮ ਹੁੰਦੀ ਆਫਿਸ ਦੀ ਉਹ 5 ਸਾਲ ਦੀ ਹੁੰਦੀ ਹੈ, ਤਾਂ ਆ ਵੀ ਸਹੀ ਹੈ। ਤਾਂ ਇਸ ਮਤਲਬ ਆਪਣਾ ਆਨਸਰ ਕੀ ਹੋ ਜਾਊਗਾ ਜੀ, ਆਪਸ਼ਨ ਨੰਬਰ ਡੀ ਹੋ ਜਾਊਗਾ ਕਿ ਆਪਸ਼ਨ ਨੰਬਰ ਡੀ ਗਲਤ ਹੈ। ਤਾਂ ਗਲਤ ਤਾਂ ਹੈ, ਲੇਕਿਨ ਕਿਉਂ ਗਲਤ ਹੈ ਉਹ ਵੀ ਡਿਸਕਸ ਕਰ ਲੈਂਦੇ ਹਾਂ ਜੀ। ਪਹਿਲੇ ਦੇਖਦੇ ਹਾਂ ਕਿ ਕਹਿਣਾ ਕੀ ਚਾਹ ਰਿਹਾ। ਆ ਕਹਿ ਰਿਹਾ ਹੀ ਕੈਨ ਬੀ ਰਿਮੂਵਡ ਅਰਲੀਅਰ ਇਫ ਦਾ ਲੈਜਿਸਲੇਚਰ ਆਫ ਦਾ ਕੰਸਰਨ ਸਟੇਟ ਪਾਸਿਸ ਅ ਰੈਜ਼ੋਲੂਸ਼ਨ ਫॉर ਹਿਜ਼ ਰਿਮੂਵਲ, ਯਾਨੀ ਕਿ ਉਹਨੂੰ 5 ਸਾਲ ਦੀ ਸਰਵਿਸ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ ਜੇਕਰ ਉਸ ਸਟੇਟ ਦਾ ਜਿਹੜਾ ਲੈਜਿਸਲੇਚਰ ਹੈ, ਭਾਵੇਂ ਉਹ ਵਿਧਾਨ ਸਭਾ ਹੈ ਜਾਂ ਫਿਰ ਵਿਧਾਨ ਪਰਿਸ਼ਦ ਹੈ, ਉਹ ਬਾਅਦ ਦੀ ਗੱਲ ਹੈ, ਲੇਕਿਨ ਜਿਹੜਾ ਉਹਦਾ ਲੈਜਿਸਲੇਚਰ ਹੈ ਉਹ ਇੱਕ ਰੈਜ਼ੋਲੂਸ਼ਨ ਪਾਸ ਕਰਦੇ ਅਤੇ ਉਹਨੂੰ ਹਟਾਇਆ ਜਾ ਸਕਦਾ ਹੈਗਾ। ਤਾਂ ਸਟੇਟਮੈਂਟ ਨਾ ਜੀ ਬਿਲਕੁਲ ਗਲਤ ਹੈ, ਕਿਉਂਕਿ ਜਿਹੜੀ ਗਵਰਨਰ ਦੀ ਅਪੋਇੰਟਮੈਂਟ ਹੈ ਅਤੇ ਉਹਨੂੰ ਹਟਾਉਣ ਦਾ ਤਰੀਕਾ ਹੈ ਉਹ ਹੁੰਦਾ ਹੈਗਾ ਸੈਂਟਰ ਦੇ ਹੱਥ 'ਚ, ਯਾਨੀ ਕਿ ਪ੍ਰੈਜ਼ੀਡੈਂਟ ਹੀ ਉਹਨੂੰ ਹਟਾਊਗਾ ਅਤੇ ਪ੍ਰੈਜ਼ੀਡੈਂਟ ਹੀ ਉਹਨੂੰ ਲਾਊਗਾ। ਅਤੇ ਪ੍ਰੈਜ਼ੀਡੈਂਟ ਹਟਾਊਗਾ ਕਿਵੇਂ, ਜਦੋਂ ਕਾਊਂਸਿਲ ਆਫ ਮਿਨਿਸਟਰ ਉਹਨੂੰ ਐਡਵਾਈਸ ਕਰੂਗਾ ਕਿ ਗਵਰਨਰ ਨੂੰ ਹਟਾ ਦਿੱਤਾ ਜਾਵੇ। ਜਿਹੜਾ ਸਟੇਟ ਹੈ ਉਹਦੇ ਵਿੱਚ ਗਵਰਨਰ ਹੁੰਦਾ ਹੈਗਾ, ਜਿਹੜਾ ਯੂਟੀ ਹੈ ਉਹਦੇ ਵਿੱਚ ਲੈਫਟੀਨੈਂਟ ਗਵਰਨਰ, ਜਿਹਨੂੰ ਕਿ ਆਪਾਂ ਉੱਪ ਰਾਜਯਪਾਲ ਕਹਿ ਦਿੰਦੇ ਹਾਂ। ਗਵਰਨਰ ਨੂੰ ਆਪਾਂ ਰਾਜਯਪਾਲ ਕਹਾਂਗੇ ਜੋ ਕਿ ਰਾਜ ਦੇ ਵਿੱਚ ਹੋਊਗਾ, ਅਤੇ ਜਿਹੜਾ ਯੂਟੀ ਹੈ ਯੂਨੀਅਨ ਟੈਰੇਟਰੀ ਉਹਦੇ ਵਿੱਚ ਲੈਫਟੀਨੈਂਟ ਗਵਰਨਰ ਹੋਊਗਾ। ਹੁਣ ਤੁਸੀਂ ਦੇਖਿਆ ਹੋਣਾ ਕਿ ਕੁਛ ਹਫ਼ਤੇ ਪਹਿਲਾਂ ਦੀ ਗੱਲ ਹੈ, ਹਫ਼ਤੇ ਤਾਂ ਮੈਂ ਜ਼ਿਆਦਾ ਹੀ ਬੋਲ ਗਿਆ, 3-4 ਦਿਨਾਂ ਦੀ ਪਹਿਲਾਂ ਦੀ ਗੱਲ ਹੈ ਕਿ ਕਿਰਨ ਬੇਦੀ ਨੂੰ, ਜਿਹੜੀ ਪੁਡੂਚੇਰੀ ਦੇ ਲੈਫਟੀਨੈਂਟ ਗਵਰਨਰ ਸੀ, ਉਹਨਾਂ ਨੂੰ ਹਟਾਇਆ ਗਿਆ, ਕਿਉਂਕਿ ਆਪਣੇ ਸੰਵਿਧਾਨ ਦੇ ਵਿੱਚ ਨਾ ਆ ਕੋਈ ਪ੍ਰੋਵੀਜ਼ਨ ਲਿਖਿਆ ਹੀ ਨਹੀਂ ਹੋਇਆ ਹੈਗਾ ਕਿ ਕਿਸ ਗਰਾਊਂਡ ਦੇ ਉੱਤੇ ਹਟਾਇਆ ਜਾਊਗਾ। ਆਹ ਸੈਂਟਰ ਦੀ ਮਰਜ਼ੀ ਹੈ ਜੀ, ਕਦੋਂ ਵੀ ਕਿਸੇ ਵੀ ਗਵਰਨਰ ਲੈਫਟੀਨੈਂਟ ਗਵਰਨਰ ਨੂੰ ਹਟਾ ਸਕਦੇ ਨੇ। ਅਤੇ ਦੂਜੀ ਗੱਲ, ਇਹਦੀ ਇੱਕ ਵਧੀਆ ਐਗਜ਼ਾਮਪਲ ਦੇਵਾਂ ਤੁਹਾਨੂੰ ਮੈਂ, ਆਪਸ਼ਨ ਨੰਬਰ ਡੀ ਦੀ, ਕਿ ਸਟੇਟ ਦੇ ਲੈਜਿਸਲੇਚਰ ਦਾ ਕੋਈ ਹੱਥ ਨਹੀਂ ਹੈਗਾ। ਜਿਵੇਂ ਮੈਂ ਇੱਕ ਦਿੱਲੀ ਯੂਟੀ ਦੀ ਗੱਲ ਕਰਾਂ, ਤੁਸੀਂ ਅਕਸਰ ਨਿਊਜ਼ ਦੇ ਵਿੱਚ ਦੇਖ ਰਹੇ ਹੋਣੇ ਕਿ ਦਿੱਲੀ ਦੇ ਜਿਹੜੇ CM ਨੇ ਅਰਵਿੰਦ ਕੇਜਰੀਵਾਲ, ਉਹ ਹਮੇਸ਼ਾ ਹੀ ਲੈਫਟੀਨੈਂਟ ਗਵਰਨਰ ਦੇ ਬਾਰੇ ਕੁਛ ਨਾ ਕੁਛ ਬੋਲਦੇ ਰਹਿੰਦੇ ਨੇ ਕਿ ਗਵਰਨਰ ਨਾਲ ਸਾਡੀ ਗੱਲਬਾਤ ਨਹੀਂ ਹੁੰਦੀ ਹੈਗੀ, ਜਿਹੜੇ ਅਸੀਂ ਬਿੱਲ ਪਾਸ ਕਰਨਾ ਚਾਹੁੰਦੇ ਹਾਂ ਉਹ ਲੈਫਟੀਨੈਂਟ ਗਵਰਨਰ ਸਾਹਿਬ ਅਟਕਾ ਦਿੰਦੇ ਨੇ। ਮਤਲਬ ਕਿਸੇ ਨਾ ਕਿਸੇ ਤਰ੍ਹਾਂ ਤੋਂ ਨਾ ਉਹ ਬੋਲਦੇ ਹੀ ਨੇ ਕਿ ਉਪ ਰਾਜਯਪਾਲ ਹੈ ਜਿਹੜਾ, ਉਹਨੇ ਸਾਡੀ ਸਰਕਾਰ ਨੂੰ ਕੰਮ ਕਰਨ ਚੰਗੀ ਤਰ੍ਹਾਂ ਨਹੀਂ ਦੇ ਰਹੇ ਹੈਗੇ। ਕਿਉਂਕਿ ਜੇਕਰ ਕੰਸਰਨ ਸਟੇਟ ਕੋਲ ਜਾਂ ਯੂਟੀ ਕੋਲ ਪਾਵਰ ਹੁੰਦੀ ਗਵਰਨਰ ਨੂੰ ਹਟਾਉਣ ਦੀ, ਤਾਂ ਹੁਣ ਤੱਕ ਕਦੋਂ ਦਾ ਕੇਜਰੀਵਾਲ ਸਰਕਾਰ ਉਹਦੇ ਲੈਫਟੀਨੈਂਟ ਗਵਰਨਰ ਨੂੰ ਹਟਾ ਸਕਦੀ ਸੀਗੀ, ਲੇਕਿਨ ਪਾਵਰ ਹੀ ਸੈਂਟਰ ਕੋਲ ਨੇ, ਇਸ ਕਰਕੇ ਅਰਵਿੰਦ ਕੇਜਰੀਵਾਲ ਅਨਿਲ ਬੈਜਲ ਦਾ ਜੋ ਕਿ ਉਪ ਰਾਜਯਪਾਲ ਹੈ ਉਹਨੂੰ ਨਹੀਂ ਹਟਾ ਸਕਦੇ ਹੈ, ਕਿਉਂਕਿ ਸਭ ਕੁਝ ਸੈਂਟਰ ਦੇ ਹੱਥ ਹੀ ਹੈ। ਤਾਂ ਆਈ ਥਿੰਕ ਕਾਫੀ ਕੁਝ ਡਿਸਕਸ ਕਰ ਲਿਆ ਮੈਂ ਇਹਦੇ ਬਾਰੇ, ਤਾਂ ਤੁਹਾਨੂੰ ਕਲੀਅਰ ਹੀ ਹੋਊਗਾ। ਤਾਂ ਮੈਂ ਜਿਹੜੀ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਉਹ ਜਿਹੜੀ ਹੈ ਰਿਟਨ ਫੋਰਮ ਦੇ ਵਿੱਚ ਹੀ ਲਿਖੀ ਹੋਈ ਨੇ, ਤੁਸੀਂ ਦੇਖ ਸਕਦੇ ਹੋ। ਸੈਕਿੰਡ ਕੁਐਸਚਨ ਕਹਿ ਰਿਹਾ ਵਿਚ ਵਨ ਆਫ ਦਾ ਫੋਲੋਇੰਗ ਪੇਅਰ ਆਫ ਆਈਲੈਂਡ ਇਜ਼ ਸੈਪਰੇਟਡ ਫਰੋਮ ਈਚ ਅਦਰ ਬਾਈ 10 ਡਿਗਰੀ ਚੈਨਲ, ਯਾਨੀ ਕਿ ਉਹ ਕਿਹੜੇ 2 ਆਈਲੈਂਡ ਨੇ ਜਿਹੜੇ 10 ਡਿਗਰੀ ਚੈਨਲ ਤੋਂ ਸੈਪਰੇਟ ਹੁੰਦੇ ਨੇ। ਬੇਸਿਕਲੀ ਜੇ ਮੈਂ ਤਾਂ ਤੁਹਾਨੂੰ ਆਨਸਰ ਦੱਸਦਾ ਤਾਂ ਤੁਸੀਂ ਸ਼ਾਇਦ ਇਹਨੂੰ ਯਾਦ ਨਾ ਰੱਖ ਪਾਓ, ਇਸ ਕਰਕੇ ਆਪਾਂ ਨਾ ਇੱਕ ਵਾਰ ਆਪਣੇ ਥੱਲੇ ਨੂੰ ਆਉਂਦੇ ਹਾਂ, ਯਾਨੀ ਕਿ ਸਾਊਥ ਇੰਡੀਆ ਵੱਲ ਆਉਂਦੇ ਹਾਂ। ਜਿਹੜੇ ਆਪਣੇ ਅੰਡੇਮਾਨ ਨਿਕੋਬਾਰ ਆਈਲੈਂਡ ਨੇ, ਉਹ ਤੁਸੀਂ ਦੇਖ ਰਹੇ ਹੋ ਨਾ, ਇੱਕ ਤਰ੍ਹਾਂ ਦੇ ਛੋਟੇ ਛੋਟੇ ਜਿਹੜੇ ਆਈਲੈਂਡ ਨੇ ਉਹਨਾਂ ਦਾ ਗਰੁੱਪ ਹੈਗਾ ਇੱਕ। ਅਤੇ ਜਿੱਥੇ ਆਹ ਇੱਕ 10 ਡਿਗਰੀ ਚੈਨਲ, ਜਿਹਨੂੰ ਕਿ ਆਪਾਂ 10 ਡਿਗਰੀ ਲੈਟੀਟਿਊਡ ਵੀ ਕਹਿ ਸਕਦੇ ਹਾਂ। ਮੈਂ ਦੱਸਿਆ ਨਾ ਤੁਹਾਨੂੰ, ਜਿਹੜਾ ਜੋਗ੍ਰਾਫੀ ਦਾ ਲੈਕਚਰ ਹੈ, ਜਿਹੜਾ ਤੁਸੀਂ ਨਹੀਂ ਦੇਖਿਆ ਹੋਣਾ ਸ਼ਾਇਦ, ਮੈਨੂੰ ਲੱਗਦਾ ਜੇ ਦੇਖਿਆ ਹੋਣਾ ਤਾਂ ਤੁਹਾਨੂੰ ਪਤਾ ਹੈ ਮੈਂ ਲੈਟੀਟਿਊਡ ਕਹਿ ਰਿਹਾ ਤਾਂ ਕਿਹਦੇ ਬਾਰੇ ਗੱਲ ਕਰ ਰਿਹਾ। ਜੇਕਰ ਆਪਾਂ ਅਰਥ ਮੰਨ ਲੈਂਦੇ ਹਾਂ, ਜੇਕਰ ਮੈਂ ਆਹ ਵਾਲੀ ਲਾਈਨਾਂ ਨੂੰ ਯੂਜ਼ ਕਰਾਂਗਾ, ਹੈਗੀ ਤਾਂ ਇਮੇਜਨਰੀ ਨੇ, ਲੇਕਿਨ ਜੇ ਆਹ ਲਾਈਨ ਯੂਜ਼ ਕਰਾਂਗਾ ਲੈਟੀਟਿਊਡ ਨੇ, ਅਤੇ ਜਿਹੜੀ ਆਹ ਲਾਈਨ ਨੇ ਆਹ ਲੌਂਗੀਟਿਊਡ ਨੇ। ਜੇਕਰ ਤੁਸੀਂ ਮੇਰੀ ਜੋਗ੍ਰਾਫੀ ਵਾਲੀ ਸੀਰੀਜ਼ ਦਾ ਪਹਿਲਾ ਪਾਰਟ ਦੇਖਿਆ ਤਾਂ ਤੁਸੀਂ ਡੈਫੀਨੇਟਲੀ ਸਮਝ ਗਏ ਹੋ ਕਿ ਮੈਂ ਗੱਲ ਕਿਹਦੀ ਕਰ ਰਿਹਾ। ਤਾਂ ਜਿਹੜੀ ਆ 10 ਡਿਗਰੀ ਲੈਟੀਟਿਊਡ ਹੈ, ਇਹਨੂੰ ਆਪਾਂ 10 ਡਿਗਰੀ ਚੈਨਲ ਕਹਿੰਦੇ ਹਾਂ। ਅਤੇ ਤੁਸੀਂ ਦੇਖ ਰਹੇ ਹੋ ਇੱਥੇ ਨਿਕੋਬਾਰ ਹੈ, ਉੱਪਰ ਅੰਡੇਮਾਨ ਹੈ।
ਜੇਕਰ ਮੈਂ ਐਗਜ਼ੈਕਟ ਗੱਲ ਕਰਾਂ ਅੰਡੇਮਾਨ ਦਾ ਕਿਹੜਾ, ਤਾਂ ਲਿਟਲ ਅੰਡੇਮਾਨ ਅਤੇ ਥੱਲੇ ਹੈਗਾ ਕਾਰ ਨਿਕੋਬਾਰ। ਦੈਟ ਮੀਨਸ ਅੰਡੇਮਾਨ ਐਂਡ ਨਿਕੋਬਾਰ ਨੂੰ ਇਹ ਸੈਪਰੇਟ ਕਰਦੀ ਹੈ। ਇੱਕ ਪਿਕਚਰ ਨਾਲ ਜਿਹੜੀ ਹੈ ਨਾ ਤੁਹਾਨੂੰ ਕਲੈਰਿਟੀ ਜ਼ਿਆਦਾ ਹੁੰਦੀ ਹੈ, ਇਸੇ ਕਰਕੇ ਮੈਂ ਹਰ ਕੁਐਸਚਨ ਦੇ ਵਿੱਚ ਕੋਈ ਨਾ ਕੋਈ ਇਮੇਜ ਪਾਉਣ ਦੀ ਕੋਸ਼ਿਸ਼ ਕਰਦਾ ਹੀ ਹਾਂ ਤਾਂ ਕਿ ਤੁਹਾਨੂੰ ਚੀਜ਼ ਯਾਦ ਰਹੇ। ਤਾਂ ਇਸ ਦੇ ਨਾਲ ਹੀ ਆਪਾਂ ਚੱਲਦੇ ਹੁਣ ਅਗਲੇ ਕੁਐਸਚਨ 'ਤੇ। ਇਹਦਾ ਆਨਸਰ ਤੁਹਾਨੂੰ ਪਤਾ ਲੱਗਿਆ ਹੈਗਾ, ਆਪਸ਼ਨ ਨੰਬਰ ਏ ਹੈਗਾ। ਨੈਕਸਟ ਕੁਐਸਚਨ ਹੈਗਾ ਵੀ ਆਪਣੀ ਸਿੱਖ ਹਿਸਟਰੀ ਦੇ 4 ਇੰਪੋਰਟੈਂਟ ਇਵੈਂਟ ਦਿੱਤੇ ਹੋਏ ਨੇ ਅਤੇ ਉਹਨਾਂ ਨੂੰ ਕਰੈਕਟ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਲਾਉਣ ਦੀ ਗੱਲ ਕਹੀ ਹੈ। ਯਾਨੀ ਕਿ ਜਿਹੜਾ ਪਹਿਲਾਂ ਹੋਇਆ ਉਹਨੂੰ ਪਹਿਲਾਂ ਰੱਖਣਾ, ਜਿਹੜਾ ਬਾਅਦ ਦੇ ਵਿੱਚ ਹੋਇਆ ਉਹਨੂੰ ਬਾਅਦ ਦੇ ਵਿੱਚ ਰੱਖਣਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟਾ ਘੱਲੂਘਾਰਾ। ਜਿਹੜਾ ਛੋਟਾ ਘੱਲੂਘਾਰਾ ਹੋਇਆ ਸੀ ਜੀ, ਉਹ ਹੋਇਆ ਸੀ 1746 ਦੇ ਅੰਦਰ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਵੱਡਾ ਘੱਲੂਘਾਰਾ, ਇਹ ਹੋਇਆ ਸੀ ਜੀ 1762 ਦੇ ਅੰਦਰ। ਫਿਰ ਜੇਕਰ ਆਪਾਂ ਐਗਜ਼ੀਕਿਊਸ਼ਨ ਆਫ ਬੰਦਾ ਬਹਾਦਰ ਸਿੰਘ ਜੀ ਦੀ ਗੱਲ ਕਰੀਏ, ਉਹ ਹੋਈ ਸੀ 1716 ਦੇ ਵਿੱਚ। ਅਤੇ ਭਾਈ ਮਨੀ ਸਿੰਘ ਜੀ ਦੀ ਜਿਹੜੀ ਐਗਜ਼ੀਕਿਊਸ਼ਨ ਸੀ ਉਹ ਹੋਈ ਸੀਗੀ 1737 ਦੇ ਵਿੱਚ। ਹੁਣ ਆਪਾਂ ਨੂੰ ਚਾਰੋਂ ਤਾਂ ਪਤਾ ਲੱਗ ਹੀ ਗਏ ਨੇ, ਹੁਣ ਆਪਾਂ ਦੇਖ ਲੈਂਦੇ ਜੀ ਪਹਿਲਾਂ ਕਿਹੜਾ ਹੋਇਆ ਹੈ। ਤਾਂ ਇਹਨਾਂ ਚਾਰੋਂ ਇਵੈਂਟ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਐਗਜ਼ੀਕਿਊਸ਼ਨ ਸਭ ਤੋਂ ਪਹਿਲਾਂ ਹੋਈ ਸੀਗੀ, ਤਾਂ ਆਪਾਂ ਇਹਨੂੰ 1 ਨੰਬਰ ਦੇ ਦਿੰਦੇ ਹਾਂ ਜੀ। ਉਸ ਤੋਂ ਬਾਅਦ ਗੱਲ ਕਰਾਂਗੇ ਭਾਈ ਮਨੀ ਸਿੰਘ ਜੀ, ਇਹਨਾਂ ਨੂੰ ਆਪਾਂ 2 ਨੰਬਰ ਦੇ ਦਿੰਦੇ ਹਾਂ। ਅਤੇ ਉਸ ਤੋਂ ਬਾਅਦ ਹੈ ਛੋਟਾ ਘੱਲੂਘਾਰਾ, ਇਹਨੂੰ ਆਪਾਂ 3 ਨੰਬਰ ਦੇ ਦਿੰਦੇ ਹਾਂ। ਅਤੇ ਵੱਡਾ ਘੱਲੂਘਾਰਾ ਜਿਹੜਾ ਕਿ ਕੁਪਰਹੀੜਾ ਮੋਮੀਡੀਅਲ ਵੀ ਬਣਿਆ ਹੋਇਆ ਮਲੇਰਕੋਟਲੇ ਦੇ ਲਵੇ, ਤਾਂ ਉਹ ਵੱਡਾ ਘੱਲੂਘਾਰਾ ਦੀ ਯਾਦ ਦੇ ਵਿੱਚ ਹੀ ਬਣਾਇਆ ਹੋਇਆ, ਤਾਂ ਲਾਸਟ ਹੋ ਜਾਊਗਾ। ਦੈਟ ਮੀਨ ਸਭ ਤੋਂ ਪਹਿਲਾਂ ਆਊਗਾ 4। ਆਈ ਥਿੰਕ ਆਹੀ ਆਪਸ਼ਨ ਬਣਦਾ ਜੀ, 4 ਪਹਿਲੇ 'ਚ ਹੀ ਹੈ। 4 ਫਿਰ 2 ਫਿਰ 1 ਅਤੇ 1 ਫਿਰ 3। ਆਪਸ਼ਨ ਨੰਬਰ ਬੀ ਕਾਫੀ ਇੰਪੋਰਟੈਂਟ ਹੈ ਜੀ, ਯਾਦ ਰੱਖਿਓ। ਅਤੇ ਨੈਕਸਟ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਜਿੰਨੇ ਵੀ ਸਟੂਡੈਂਟ ਪਟਵਾਰੀ ਜਾਂ ਜ਼ਿਲ੍ਹਾਦਾਰ ਦੀ ਪੋਸਟ ਲਈ ਪ੍ਰਿਪੇਅਰ ਕਰ ਰਹੇ ਆ, ਉਹਨਾਂ ਲਈ ਮੈਂ ਕਿਹੜੀ ਬੁੱਕਸ ਤੁਸੀਂ ਰੈਫਰ ਕਰ ਸਕਦੇ ਹੋ, ਅਤੇ ਬਿਲਕੁਲ ਬੇਸਿਕ ਤਰੀਕੇ ਨਾਲ ਤੁਸੀਂ ਜੇ ਸਟਾਰਟ ਕਰੋਗੇ ਨਾ ਤਾਂ ਵੀ ਐਗਜ਼ਾਮ ਕਲੀਅਰ ਕਰ ਸਕਦੇ ਹੋ। ਅਤੇ ਤੁਹਾਨੂੰ ਨਾ ਇੱਕ ਗੱਲ ਹਮੇਸ਼ਾ ਧਿਆਨ ਰੱਖਿਓ, ਤੁਹਾਨੂੰ ਨਾ ਸਿਰਫ ਇੱਕ ਬੰਦਾ ਹੈ ਜਿਹੜਾ ਗੌਰਮੈਂਟ ਜੋਬ ਲਵਾ ਕੇ ਦੇ ਸਕਦਾ ਹੈਗਾ, ਸਿਰਫ ਇੱਕੋ ਹੀ ਬੰਦਾ ਹੈਗਾ। ਉਹ ਬੰਦੇ ਹੋਗੇ ਤੁਸੀਂ ਆਪ। ਕਿੰਨੀ ਤੁਸੀਂ ਸ਼ਿੱਦਤ ਨਾਲ ਪੜ੍ਹਨਾ ਹੈਗਾ, ਉਹੀ ਤੁਹਾਨੂੰ ਐਗਜ਼ਾਮ ਕਲੀਅਰ ਕਰਵਾਉਣ ਦੇ ਵਿੱਚ ਹੈਲਪ ਕਰੇਗਾ। ਸਕਿੱਲਸ ਜਨਰੇਟ ਕਰੋ, ਜੋਬ ਡੈਫੀਨੇਟਲੀ ਮਿਲੂਗੀ। ਪੜ੍ਹਨ ਮਤਲਬ ਕਿ ਜੋਬ ਲੈਣ ਲਈ ਨਾ ਪੜ੍ਹੋ, ਸਕਿੱਲ ਲੈਣ ਲਈ ਪੜ੍ਹੋ। ਸਕਿੱਲ ਹੋਣਗੇ ਤਾਂ ਜੋਬ ਆਪਣੇ ਆਪ ਆਊਗੀ। ਅਤੇ ਜੇ ਤੁਸੀਂ ਆਹ ਵੀਡੀਓ ਨਹੀਂ ਦੇਖੀ ਹੈਗੀ, ਆਹ ਸਟ੍ਰੈਟਜੀ ਮੈਂ ਦੱਸੀ ਹੈ ਤੁਹਾਨੂੰ ਵੀ ਕਿੱਦਾਂ ਤੁਸੀਂ ਪੜ੍ਹ ਕੇ ਆਹ ਐਗਜ਼ਾਮ ਕਲੀਅਰ ਕਰ ਸਕਦੇ ਹੋ। ਜੇ ਦੇਖ ਲਈ ਹੈ ਤਾਂ ਵਧੀਆ ਗੱਲ ਹੈ, ਇਹਨੂੰ ਅਪਣਾਓ ਵੀ। ਜੇ ਨਹੀਂ ਦੇਖੀ ਹੈ ਤਾਂ ਆਈ ਬਟਨ ਆਊਗਾ, ਉੱਥੇ ਕਲਿੱਕ ਕਰਕੇ ਇਹਦੇ ਬਾਰੇ ਆਪਣੀ ਸਟ੍ਰੈਟਜੀ ਜ਼ਰੂਰ ਦੇਖ ਲਿਓ, ਕਾਫੀ ਹੈਲਪਫੁਲ ਰਹਿਣ ਵਾਲੀ ਹੈ ਤੁਹਾਨੂੰ। ਅਤੇ ਇੱਕ ਇੰਪੋਰਟੈਂਟ ਗੱਲ ਹੋਰ ਕਰਨੀ ਸੀ ਤੁਹਾਡੇ ਨਾਲ, ਜਿਵੇਂ ਕਿ ਅੱਜ 23 ਫਰਵਰੀ ਹੈ, ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ SSC ਜਾਂ ਫਿਰ ਸੈਂਟਰ ਦੇ ਜਿਹੜੇ ਐਗਜ਼ਾਮ ਨੇ ਉਹਨਾਂ ਦੇ ਖਿਲਾਫ ਜਿਹੜਾ ਹੈ ਡਿਜੀਟਲ ਸਟ੍ਰਾਈਕ ਹੋਣੀ ਹੈ 25 ਤਾਰੀਖ ਨੂੰ। ਉਹਨਾਂ ਵਿੱਚ ਆਪਾਂ ਵੀ ਸ਼ਾਮਿਲ ਹੋਣਾ ਹੈਗਾ ਜੀ। ਉਹਦੇ ਵਿੱਚ ਆਪਾਂ ਹੈਸ਼ਟੈਗ ਟਰੈਂਡ ਕਰਵਾਉਣਾ ਹੈਗਾ ਮੋਦੀ ਰੋਜ਼ਗਾਰ ਦੋ, ਅਤੇ 11 ਵਜੇ। ਜੇਕਰ ਤੁਹਾਡੇ ਸਾਰਿਆਂ ਦੇ ਟਵਿੱਟਰ 'ਤੇ ਅਕਾਊਂਟ ਹੈਗੇ ਤਾਂ ਵੈਲ ਗੁੱਡ, ਡਨ ਹੈ ਬਈ। ਤੁਸੀਂ ਇਸ ਟਵੀਟ ਨੂੰ ਦੁਬਾਰਾ ਰੀਟਵੀਟ ਕਰਨਾ ਹੈ, ਲਿਖ ਕੇ ਟਵੀਟ ਵੀ ਕਰ ਸਕਦੇ ਹੋ। ਜੇ ਟਵਿੱਟਰ 'ਤੇ ਨਹੀਂ ਹੋ ਤਾਂ ਟਰਾਈ ਕਰੋ ਕਿ ਤੁਸੀਂ ਬਣਾ ਲਓ, ਕਿਉਂਕਿ ਇਹ ਬਹੁਤ ਵੱਡੀ ਇੱਕ ਮੁਹਿੰਮ ਹੈ ਜਿਹੜੇ ਆਪਣੇ ਸਟੂਡੈਂਟ ਬਾਰੇ ਸ਼ੁਰੂ ਕੀਤੀ ਗਈ ਹੈ, ਅਤੇ ਆਪਾਂ ਵੀ ਇਸ ਮਤਲਬ ਜਿਹੜਾ ਅੰਦੋਲਨ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਹੀ ਹੈਗਾ। ਚਲੋ ਜੀ, ਹੁਣ ਦੁਬਾਰਾ ਆਪਾਂ ਅਗਲੇ ਕੁਐਸਚਨ ਦੇ ਵੱਲ ਆਉਂਦੇ ਹਾਂ। ਕੁਐਸਚਨ ਕਹਿ ਰਿਹਾ ਹੈਗਾ ਜਿਹੜਾ ਮੰਜੀ ਪ੍ਰਥਾ ਹੈ ਉਹ ਕਿਹੜੇ ਗੁਰੂ ਦੁਆਰਾ ਸ਼ੁਰੂ ਕੀਤੀ ਗਈ ਸੀਗੀ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਸ਼ੁਰੂ ਕਰਨ ਦੇ ਲਈ? ਤਾਂ ਆਪਣੇ 3rd ਗੁਰੂ ਸੀ ਜਿਹੜੇ, ਉਹ ਸੀਗੇ ਗੁਰੂ ਅਮਰਦਾਸ ਜੀ। ਉਹਨਾਂ ਨੇ ਹੀ ਮੰਜੀ ਪ੍ਰਥਾ ਸਟਾਰਟ ਕੀਤੀ ਸੀਗੀ। ਚਲੋ ਹੁਣ ਤੁਹਾਨੂੰ ਇੱਕ ਕੁਐਸਚਨ ਪੁੱਛਦਾ ਜੀ, ਅੱਜ ਦਾ ਤੁਹਾਡਾ ਪਹਿਲਾ ਕੁਐਸਚਨ ਹੈ ਕਿ ਮਸੰਦ ਪ੍ਰਥਾ ਕਿਹਨੇ ਸ਼ੁਰੂ ਕੀਤੀ ਸੀ? ਜੇਕਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਲਿਖ ਕੇ ਦੱਸੋ। ਅਤੇ ਵਨ ਮੋਰ ਇੰਪੋਰਟੈਂਟ ਥਿੰਗ ਵੀ, ਕੁਝ ਸਟੂਡੈਂਟ ਵੀ ਮੈਨੂੰ ਕਹਿ ਰਹੇ ਸੀਗੇ ਕਿ ਸਰ ਮੌਕ ਟੈਸਟ ਤਿਆਰ ਕਰੋ, ਤਾਂ ਮੈਂ ਸੋਚ ਰਿਹਾ ਸੀਗਾ ਕਿ ਮੌਕ ਟੈਸਟ ਸੀਰੀਜ਼ ਵੀ ਚਲਾਈ ਜਾਵੇ ਇੱਕ, ਲੇਕਿਨ ਉਹ ਜਿਹੜੀ ਪਰਟੀਕੂਲਰ ਸੀਰੀਜ਼ ਹੋਊਗੀ ਨਾ ਸਿਰਫ ਪੇਡ ਮੈਂਬਰਸ਼ਿਪ ਵਾਸਤੇ ਹੋਊਗੀ, ਜੋ ਕਿ 59 to 49 ਰੁਪੀਜ਼ ਪਰ ਮੰਥ ਦੇ ਨਾਲ ਸਟਾਰਟ ਹੋਊਗੀ। ਇਹਦੇ ਵਿੱਚ ਹੀ ਰੱਖਾਂਗਾ ਮੈਂ, ਜ਼ਿਆਦਾ ਉਹ ਨਹੀਂ ਕਰਨਾ ਹੈਗਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਮੈਂਬਰਸ਼ਿਪ ਸੀਰੀਜ਼ ਸਟਾਰਟ ਕਰਾਂ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ। ਕੋਈ ਜ਼ਿਆਦਾ ਨਹੀਂ ਹੈਗਾ ਜੀ, 49 to 59 ਪਰ ਮੰਥ ਹੋਊਗਾ। ਇੱਕ ਟੈਸਟ ਦਾ ਨਹੀਂ ਮੰਗ ਰਿਹਾ, ਟੋਟਲੀ ਜਿਹਨੇ। ਅਤੇ ਮੈਂ ਟਰਾਈ ਕਰਾਂਗਾ ਕਿ ਤੁਹਾਡੇ ਪੇਪਰ ਆਉਣ ਤੋਂ ਪਹਿਲਾਂ 4 ਤੋਂ 5 ਮੌਕ ਟੈਸਟ ਤਾਂ ਕਰਾਵਾਂ। ਜੇ ਮੈਨੂੰ ਜ਼ਿਆਦਾ ਟਾਈਮ ਲੱਗਦਾ ਤਾਂ 10 ਵੀ ਹੋ ਸਕਦੇ ਨੇ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਵੱਧ ਤੋਂ ਵੱਧ ਕਰਾਵਾਂ। ਅਤੇ ਸਿਰਫ GK ਹੀ ਹੋਊਗੀ ਉਹਦੇ ਵਿੱਚ, ਯਾਨੀ ਕਿ 80 ਕੁਐਸਚਨ ਦਾ ਜਿਹੜਾ ਟੈਸਟ ਹੋਊਗਾ ਤੁਹਾਡਾ। ਮੈਂ ਰੀਜ਼ਨਿੰਗ ਦੇ ਨਾਲ ਕੰਸਰਨ ਨਹੀਂ ਹਾਂ, ਲੇਕਿਨ GK ਤਾਂ ਮੈਂ ਤੁਹਾਨੂੰ ਕਰਾਵਾਂ, ਕਿਉਂਕਿ ਓਬਵੀਅਸ ਜੀ ਗੱਲ ਹੈ ਜੀ, ਮੈਜੋਰਿਟੀ GK ਦੀ ਹੈ। ਜੇਕਰ ਮੈਂ ਗੱਲ ਕਰਾਂ 2:1 ਦੀ ਰੇਸ਼ੋ ਦੇ ਵਿੱਚ ਆਉਣਾ, ਯਾਨੀ ਕਿ 2 ਰੇਸ਼ੋ ਜੇ GK ਦੀ ਆਊਗੀ, 1 ਰੇਸ਼ੋ ਰੀਜ਼ਨਿੰਗ ਦੀ ਆਊਗੀ, ਤਾਂ ਉਸ ਹਿਸਾਬ ਨਾਲ। ਅਤੇ ਜੇ ਪਹਿਲੀ ਵਾਰ ਤਾਂ ਸਬਸਕ੍ਰਾਈਬ ਕਰਿਓ ਜੀ। ਅਤੇ ਤੁਹਾਨੂੰ ਪਤਾ ਹੀ ਹੈ ਕਿ PDF ਤਾਂ ਟੈਲੀਗ੍ਰਾਮ 'ਤੇ ਮਿਲ ਜਾਊਗੀ। ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਜਾਂ ਫੇਸਬੁੱਕ 'ਤੇ ਤੁਸੀਂ ਫੋਲੋ ਕਰਕੇ ਪੁੱਛ ਸਕਦੇ ਹੋ। ਤਾਂ ਫਟਾਫਟ ਜਾ ਕੇ ਪਹਿਲਾਂ ਫੋਲੋ ਕਰੋ ਜੀ, ਤੁਹਾਨੂੰ ਬਹੁਤ ਜ਼ਿਆਦਾ ਅਮੇਜ਼ਿੰਗ ਜਿਹੜੀ ਹੈ ਇਨਫੋਰਮੇਸ਼ਨ ਮੈਂ ਇਹਨਾਂ 'ਤੇ ਸ਼ੇਅਰ ਕਰਦਾ ਰਹਿਣਾ।
ਨੈਕਸਟ ਆ ਕੁਐਸਚਨ ਤਾਂ ਜੀ IAS 2020 ਦੇ ਵਿੱਚ ਵੀ ਪੁੱਛਿਆ ਗਿਆ ਸੀਗਾ ਹੁਣੀ ਰੀਸੈਂਟਲੀ ਕਿ ਰਾਜ ਸਭਾ ਐਂਡ ਲੋਕ ਸਭਾ ਦੇ ਵਿੱਚ ਇਕੁਅਲ ਪਾਵਰ ਕਿਹੜੀ ਚੀਜ਼ ਨੂੰ ਲੈ ਕੇ ਹੈ। ਪਹਿਲਾ ਆਪਸ਼ਨ ਜਿਹੜਾ ਕਹਿ ਰਿਹਾ ਦਾ ਮੈਟਰ ਆਫ ਕ੍ਰੀਏਟਿੰਗ ਨਿਊ ਆਲ ਇੰਡੀਆ ਸਰਵਿਸਿਜ਼, ਇਹਦੇ ਲਈ ਨਾ ਲੋਕ ਸਭਾ ਤੋਂ ਜ਼ਿਆਦਾ ਪਾਵਰ ਨਾ ਰਾਜ ਸਭਾ ਕੋਲ ਹੁੰਦੀ ਹੈ। ਕਿਉਂਕਿ ਇਹ ਕੁਐਸਚਨ ਤਾਂ ਨਾ ਹਮੇਸ਼ਾ ਹੀ ਦਿਮਾਗ ਦੇ ਵਿੱਚ ਰਹਿੰਦਾ ਹੈ ਕਿ ਪਾਰਲੀਮੈਂਟ ਦੇ ਦੋ ਹਾਊਸ ਨੇ, ਰਾਜ ਸਭਾ ਅਤੇ ਲੋਕ ਸਭਾ, ਅਤੇ ਇਹਨਾਂ ਦੋਨਾਂ ਵਿੱਚੋਂ ਪਾਵਰ ਕਿਹਦੇ ਕੋਲ ਜ਼ਿਆਦਾ ਹੈ, ਕਿ ਲੋਕ ਸਭਾ ਕੋਲ ਜ਼ਿਆਦਾ ਹੈ, ਰਾਜ ਸਭਾ ਕੋਲ ਜ਼ਿਆਦਾ ਹੈ। ਲੇਕਿਨ ਜੇਕਰ ਮੈਂ ਆਲ ਇੰਡੀਆ ਸਰਵਿਸਿਜ਼ ਦੀ ਗੱਲ ਕਰਾਂ, ਇਹਦੇ ਲਈ ਜਿਹੜਾ ਹੈ ਰਾਜ ਸਭਾ ਕੋਲ ਪਾਵਰਸ ਜ਼ਿਆਦਾ ਨੇ। ਲੇਕਿਨ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਕਿ ਇਕੁਅਲ ਪਾਵਰ ਕਿਹਦੇ ਵਿੱਚ ਨੇ, ਤਾਂ ਉਹ ਨੇ ਜੀ ਅਮੈਂਡਿੰਗ ਦਾ ਕੌਨਸਟੀਟਿਊਸ਼ਨ ਅੰਡਰ ਆਰਟੀਕਲ 368। ਆਈ ਥਿੰਕ ਹਰ ਸੀਰੀਜ਼ ਦੇ ਵਿੱਚ ਮੈਂ ਹਰ ਇੱਕ ਜਿਹੜੇ ਵੀ ਆਪਣੇ ਪਾਰਟਸ ਨੇ ਉਹਦੇ ਵਿੱਚ ਮੈਂ 368 ਬਾਰੇ ਗੱਲ ਕਰਦਾ ਹੀ ਹਾਂ, ਅਤੇ ਅੱਜ ਇਹਦੇ ਬਾਰੇ ਇੱਕ ਡੈਫੀਨੇਟ ਕੁਐਸਚਨ ਆਇਆ ਕਿਉਂਕਿ ਇਸ ਲਈ ਨਾ ਜੁਆਇੰਟ ਸੀਟਿੰਗ ਨਹੀਂ ਹੁੰਦੀ ਹੈਗੀ। ਇਹ ਤਾਂ ਜੀ ਲੋਕ ਸਭਾ ਵਿੱਚ ਵੀ ਮੈਜੋਰਿਟੀ ਨਾਲ ਪਾਸ ਹੋਣਾ ਅਤੇ ਰਾਜ ਸਭਾ ਵਿੱਚ ਵੀ ਮੈਜੋਰਿਟੀ ਨਾਲ ਪਾਸ ਹੋਣਾ। ਤਾਂ ਇਸ ਕਰਕੇ ਇਸ ਸਿਚੁਏਸ਼ਨ ਦੇ ਵਿੱਚ ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨ ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਕੋਲ ਇਕੁਅਲ ਪਾਵਰ ਹੈ। ਕਾਫੀ ਇੰਪੋਰਟੈਂਟ ਕੁਐਸਚਨ ਹੈ ਅਤੇ IAS ਦੇ ਵਿੱਚ ਪੁੱਛਿਆ ਗਿਆ, ਤਾਂ ਹੋ ਸਕਦਾ ਹੈ ਕਿ ਆਪਣੇ ਐਗਜ਼ਾਮ ਦੇ ਵਿੱਚ ਆਉਣ ਵਾਲੇ ਵਿੱਚ ਪੁੱਛਿਆ ਜਾਵੇ। ਆਪਸ਼ਨ ਨੰਬਰ B। ਨੈਕਸਟ ਹੈ ਜੀ ਦਾ ਨੌਰਦਰਨ ਪਾਰਟ ਆਫ ਦਾ ਵੈਸਟਰਨ ਕੋਸਟਲ ਪਲੇਨ ਆਫ ਇੰਡੀਆ ਇਜ਼ ਆਲਸੋ ਨੋਨ ਐਜ਼, ਯਾਨੀ ਕਿ ਜਿਹੜਾ ਆਪਣਾ ਵੈਸਟਰਨ ਕੋਸਟ ਹੈ, ਜੇਕਰ ਮੈਂ ਇੱਕ ਰਫਲੀ ਡਾਇਗਰਾਮ ਬਣਾਵਾਂ, ਜਿਹੜਾ ਆਪਣਾ ਵੈਸਟਰਨ ਕੋਸਟ ਹੈ ਉਹਦਾ ਨੌਰਦਰਨ ਪਾਰਟ, ਇਸ ਨੂੰ ਕੀ ਕਹਿੰਦੇ ਆਪਾਂ, ਕਰਨਾਟਕਾ ਕੋਸਟ ਕਹਿੰਦੇ ਹਾਂ, ਮਾਲਾਬਾਰ ਕੋਸਟ, ਕੋਂਕਣ ਕੋਸਟ ਜਾਂ ਕੋਰੋਮੰਡਲ ਕੋਸਟ। ਹੁਣ ਆਪਾਂ ਇੱਕ ਇਮੇਜ ਦੇਖਦੇ ਹਾਂ ਜੀ, ਆ ਗਈ ਆਪਣੀ ਇਮੇਜ। ਪੁੱਛਿਆ ਗਿਆ ਹੈਗਾ ਵੈਸਟਰਨ ਬਾਰੇ, ਤਾਂ ਆਪਾਂ ਈਸਟਰਨ ਵੱਲ ਦੇਖਾਂਗੇ ਵੀ ਨਹੀਂ। ਜਿਹੜਾ ਆਹ ਵਾਲਾ ਪਾਸਾ ਹੈ ਜੀ, ਇਹਦੇ ਬਾਰੇ ਪੁੱਛਿਆ ਗਿਆ ਸੀਗਾ ਕਿ ਨੌਰਦਰਨ ਕਿਹੜਾ ਹੈਗਾ, ਤਾਂ ਉਹ ਹੈਗਾ ਜੀ ਕੋਂਕਣ ਕੋਸਟ। ਤਾਂ ਆਪਸ਼ਨ ਨੰਬਰ C ਇਹਦਾ ਰਾਈਟ ਆਨਸਰ ਹੈ। ਅਤੇ ਜੇਕਰ ਮੈਂ ਕੇਰਲਾ ਵਾਲੀ ਸਾਈਡ ਦੀ ਗੱਲ ਕਰਾਂ, ਜਿਹੜਾ ਆਹ ਤੱਟ ਹੈਗਾ ਜੀ, ਇਹਨੂੰ ਆਪਾਂ ਕਹਿੰਦੇ ਹਾਂ ਮਾਲਾਬਾਰ ਕੋਸਟ, ਅਤੇ ਜਿਹੜਾ ਆਹ ਵਾਲਾ ਸਾਈਡ ਹੈ ਇਹਨੂੰ ਕਹਿੰਦੇ ਆਪਾਂ ਕੋਰੋਮੰਡਲ। ਉਸ ਤੋਂ ਬਾਅਦ ਜਿਹੜਾ ਹੈਗਾ ਆ ਗਿਆ ਜੀ ਨੌਰਦਰਨ ਸਰਕਟਸ, ਅਤੇ ਉਸ ਤੋਂ ਬਾਅਦ ਹੈ ਉੱਪਰਲੀ ਸਾਈਡ ਨੂੰ ਆਪਾਂ ਕਹਾਂਗੇ ਜੀ ਉਤਕਲ ਪਲੇਨ। ਲੇਕਿਨ ਜਿਹੜਾ ਮੇਨ ਚੀਜ਼ ਹੈ ਨਾ, ਤਿੰਨ ਨਾਮ ਤੱਕ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਪਹਿਲਾ ਕੋਂਕਣ, ਫਿਰ ਮਾਲਾਬਾਰ ਅਤੇ ਆ ਹੋ ਗਿਆ ਕੋਰੋਮੰਡਲ। ਕਈ ਵਾਰ ਨਾ ਵੀ ਪੁੱਛ ਲੈਂਦੇ ਨੇ ਜੀ ਕੇਪ ਕੋਮੋਰਿਨ ਕਿਹਨੂੰ ਕਹਿੰਦੇ ਨੇ, ਤਾਂ ਆ ਜਿਹੜਾ ਲੋਅਰ ਪਾਰਟ ਹੈ, ਜਿਵੇਂ ਆਪਾਂ ਕੰਨਿਆ ਕੁਮਾਰੀ ਕਹਿ ਸਕਦੇ ਹਾਂ ਆਪਾਂ, ਇਸ ਪਾਰਟ ਦੇ ਵਿੱਚ ਆ ਹੈਗਾ। ਕਾਫੀ ਇੰਪੋਰਟੈਂਟ ਨੇ, ਯਾਦ ਰੱਖਿਓ ਜੀ ਆਹ ਵਾਲੀ ਚੀਜ਼ ਵੀ। ਆਨਸਰ ਕੀ ਹੋਊਗਾ ਆਪਣਾ ਆਪਸ਼ਨ ਨੰਬਰ C। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਇਫ ਏ ਪਰਟੀਕੂਲਰ ਪਲਾਂਟ ਸਪੀਸੀਜ਼ ਇਜ਼ ਪਲੇਸਡ ਅੰਡਰ ਸ਼ੈਡਿਊਲ 6 ਆਫ ਦਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ। ਕੁਐਸਚਨ ਨੂੰ ਫਿਰ ਡਿਸਕਸ ਕਰਾਂਗੇ। ਪਹਿਲਾਂ ਮੈਂ ਇੰਪੋਰਟੈਂਟ ਚੀਜ਼ ਦੱਸ ਦਿੰਦਾ ਜੀ, ਕਈ ਵਾਰ ਐਗਜ਼ਾਮ ਦੇ ਵਿੱਚ ਨਾ ਬਹੁਤ ਵਾਰ ਪੁੱਛਿਆ ਗਿਆ ਕਿ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਜਿਹੜਾ ਹੈ ਕਿਹੜੇ ਸਾਲ ਦੇ ਵਿੱਚ ਹੈਗਾ, ਤਾਂ 1972 ਦੇ ਵਿੱਚ ਹੈਗਾ। ਹੁਣ ਕੁਐਸਚਨ 'ਤੇ ਆਉਂਦੇ ਹਾਂ ਕਿ ਉਹਦੇ ਵਿੱਚ ਨਾ ਇੱਕ ਸ਼ੈਡਿਊਲ 6 ਹੈ, ਉਹਦੇ ਵਿੱਚ ਕੁਝ ਪਲਾਂਟ ਸਪੀਸੀਜ਼ ਦੀ ਗੱਲ ਕੀਤੀ ਗਈ ਹੈ। ਤਾਂ ਜਿਹੜੇ ਪਲਾਂਟ ਸਪੀਸੀਜ਼ ਸ਼ੈਡਿਊਲ 6 ਦੇ ਵਿੱਚ ਆ ਜਾਂਦੇ ਨੇ, ਉਹਦਾ ਮਤਲਬ ਹੁੰਦਾ ਕੀ ਹੈ, ਤਾਂ ਉਹਦਾ ਮਤਲਬ ਹੁੰਦਾ ਹੈ ਜੀ ਉੱਦਾਂ ਦੇ ਪਲਾਂਟ, ਯਾਨੀ ਕਿ ਜਿਹੜੇ ਸ਼ੈਡਿਊਲ 6 ਕੈਟਾਗਰੀ ਵਿੱਚ ਨੇ, ਉਹਨਾਂ ਨੂੰ ਕਲਟੀਵੇਟ ਨਹੀਂ ਕੀਤਾ ਜਾਏਗਾ ਭਾਵੇਂ ਕੋਈ ਵੀ ਸਰਕਮਸਟਾਂਸ ਹੋਵੇ। Such a plant cannot be cultivated under any circumstances। ਐਗਜ਼ਾਮਪਲ ਕਿਹੜੇ ਨੇ, ਪਿਕਚਰ ਪਲਾਂਟ ਹੋ ਗਿਆ, ਬਲੂ ਵਾਂਡਾ, ਰੈੱਡ ਵਾਂਡਾ, ਆਹ ਜਿਹੜੇ ਨੇ ਕੁਝ ਐਗਜ਼ਾਮਪਲ ਨੇ। ਹੋ ਸਕਦਾ ਐਗਜ਼ਾਮਪਲ ਹੀ ਪੁੱਛੀ ਜਾ ਸਕਦੀ ਹੈ, ਤਾਂ ਧਿਆਨ ਰੱਖਣਾ ਹੈ ਜੀ ਸ਼ੈਡਿਊਲ 6 ਦੇ ਵਿੱਚ ਮਤਲਬ ਕਿ ਕੰਪਲੀਟ ਬੈਨ, ਫੋਰਬਿਡਨ ਕਰ ਦਿੱਤੇ ਗਏ ਨੇ ਕਿ ਉਹਨਾਂ ਦੀ ਉਗਾਈ ਨਹੀਂ, ਉਹਨੂੰ ਬੁਆਈ ਨਹੀਂ ਜਾਊਗੀ। ਆਪਸ਼ਨ ਨੰਬਰ B। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ, ਤੁਸੀਂ ਸਿੰਬਲ ਦੇਖ ਕੇ ਸਮਝ ਹੀ ਗਏ ਹੋਵੋਗੇ ਜੀ, ਆਹ ਯੂਨਾਈਟਿਡ ਨੇਸ਼ਨ ਦਾ ਸਿੰਬਲ ਹੈ। ਕੁਐਸਚਨ ਕਹਿ ਰਿਹਾ ਹੈ ਕਿ ਇਹ ਕਦੋਂ ਇਸਟੈਬਲਿਸ਼ ਹੋਇਆ ਸੀਗਾ। ਯੂਨਾਈਟਿਡ ਨੇਸ਼ਨ ਹੋਇਆ ਸੀਗਾ 1945, ਕਿਉਂਕਿ ਜਿਵੇਂ ਵਰਲਡ ਵਾਰ 2 ਖਤਮ ਹੋਇਆ ਜੀ, ਉਸ ਤੋਂ ਬਾਅਦ ਹੀ ਜਿਹੜੀ ਕੰਟਰੀਜ਼ ਜਿੱਤੀ ਸੀਗੀ ਵਰਲਡ ਵਾਰ 2 ਦੇ ਵਿੱਚ, ਉਹਨੇ ਉਹੀ ਕੰਟਰੀਜ਼ ਜਿਹੜੇ ਦੀ ਮੇਜਰ ਸੀ ਪਾਰਟੀਸਪੇਟ ਕੀਤਾ ਸੀਗਾ ਯੂਨਾਈਟਿਡ ਨੇਸ਼ਨ ਨੂੰ ਬਣਾਉਣ ਲਈ। ਹੁਣ ਆਪਾਂ ਕੁਝ ਇੰਪੋਰਟੈਂਟ ਫੈਕਟਸ ਦੇਖਦੇ ਹਾਂ ਜਿਹੜੇ ਇਸ ਕੁਐਸਚਨ ਤੋਂ ਅੱਡ ਨੇ। ਪਹਿਲੀ ਗੱਲ, ਇਸਟੈਬਲਿਸ਼ਮੈਂਟ ਕਦੋਂ ਹੋਈ ਸੀਗੀ, 24 ਅਕਤੂਬਰ 1945 ਦੇ ਵਿੱਚ। ਤਾਂ ਹੀ ਆਪਾਂ 24 ਅਕਤੂਬਰ ਨੂੰ ਹਰ ਸਾਲ UN ਡੇ ਮਨਾਉਂਦੇ ਹਾਂ, ਯੂਨਾਈਟਿਡ ਨੇਸ਼ਨ ਡੇ, ਅਤੇ ਜਿਹੜਾ ਇਹਦਾ ਹੈੱਡਕੁਆਟਰ ਹੈ ਉਹ ਨਿਊਯਾਰਕ ਸਿਟੀ ਦੇ ਅੰਦਰ ਹੈ। ਉਸ ਤੋਂ ਬਾਅਦ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹਦੇ ਆਈਕਨ ਦੇ ਵਿੱਚ, ਆਹ ਜਿਹੜੀ ਪੱਤੀਆਂ ਨੇ ਨਾ, ਬ੍ਰਾਂਚਿਸ ਨੇ, ਆਹ ਨੇ ਓਲੀਵ ਬ੍ਰਾਂਚਿਸ। ਕਈ ਵਾਰ ਪੁੱਛ ਲੈਂਦੇ ਨੇ, ਜਿਹਨੂੰ ਆਪਾਂ ਜੈਤੂਨ ਵੀ ਕਹਿ ਦਿੰਦੇ ਹਾਂ, ਅਤੇ ਆਹ ਪੀਸ ਨੂੰ ਜੋ ਹੈ ਰਿਪਰਜੈਂਟ ਕਰਦੇ ਨੇ। ਕਾਫੀ ਯੂਨੀਕ ਚੀਜ਼ ਹੈ ਆਹ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਯੂਨਾਈਟਿਡ ਨੇਸ਼ਨ ਹੈ ਉਹ ਟਰਮ ਕਿਹਨੇ ਦਿੱਤੀ ਸੀ ਬਈ, ਉਹ ਟਰਮ ਕੋਇਨ ਕੀਤੀ ਗਈ ਸੀਗੀ ਯੂਨਾਈਟਿਡ ਸਟੇਟ ਦੇ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਸੀਗੇ FD ਰੂਜ਼ਵੈਲਟ, ਜਾਂ ਫਿਰ ਫਰੈਂਕਲਿਨ D ਰੂਜ਼ਵੈਲਟ ਵੀ ਆਪਾਂ ਕਹਿ ਸਕਦੇ ਹਾਂ। ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ। ਹੁਣ ਇੰਪੋਰਟੈਂਟ ਚੀਜ਼ ਉਹੀ ਕਿ ਕਿਹੜੇ ਇਹਦੇ ਪਰਮਾਨੈਂਟ ਮੈਂਬਰ ਨੇ। ਵੈਸੇ ਤਾਂ ਇਹਦੇ ਟੋਟਲ 193 ਮੈਂਬਰ ਨੇ। ਜਿਹੜੇ 5 ਪਰਮਾਨੈਂਟ ਮੈਂਬਰ ਨੇ ਉਹ ਨੇ ਚਾਈਨਾ, ਫਰਾਂਸ, USA, ਰਸ਼ੀਆ ਐਂਡ ਯੂਨਾਈਟਿਡ ਕਿੰਗਡਮ। ਹੁਣ ਆਪਾਂ ਦੇਖਦੇ ਹਾਂ ਜੀ ਇਹਦੀ ਓਫੀਸ਼ੀਅਲ ਲੈਂਗੁਏਜਿਸ ਕਿਹੜੀਆਂ ਨੇ, ਉਹ ਨੇ 6। ਇਹਨੂੰ ਯਾਦ ਰੱਖਣਾ ਬਹੁਤ ਆਸਾਨ ਹੈ। ਉਹ ਕਿਵੇਂ,
ਫਰਾਂਸ ਇਹਦਾ ਮੈਂਬਰ ਹੈ ਤਾਂ ਦੈਟ ਮੀਨਸ ਇਹਦੀ ਓਫੀਸ਼ੀਅਲ ਲੈਂਗੁਏਜ ਇੱਕ ਫਰੈਂਚ ਹੋਊਗੀ। ਰਸ਼ੀਆ ਦਾ ਮੈਂਬਰ ਹੈ ਦੈਟ ਮੀਨਸ ਰਸ਼ੀਅਨ ਹੋਊਗੀ। USA ਤਾਂ ਆਪਾਂ ਇੰਗਲਿਸ਼ ਕਹਿ ਸਕਦੇ ਹਾਂ। ਚਾਈਨਾ ਹੈ ਤਾਂ ਆਪਾਂ ਚਾਈਨੀਜ਼ ਕਹਿ ਸਕਦੇ ਹਾਂ। ਠੀਕ ਹੈ, ਜਿਹੜੇ ਹੁਣ 2 ਲੈਂਗੁਏਜ ਨੇ ਆਪਾਂ ਨੂੰ ਬਸ ਉਹ ਯਾਦ ਰੱਖਣੀਆਂ ਨੇ ਜੀ, ਉਹ ਨੇ ਅਰਬਿਕ ਅਤੇ ਸਪੈਨਿਸ਼। ਬਾਕੀ 4 ਤਾਂ ਦੇਸ਼ ਹੈਗੇ ਹੀ ਨੇ, ਇਸ ਗੱਲ ਦਾ ਧਿਆਨ ਰੱਖਿਓ। ਆਹ ਤਾਂ ਸੀਗੀ ਇਹਦੀ ਓਫੀਸ਼ੀਅਲ ਲੈਂਗੁਏਜਿਸ। ਹੁਣ ਜੇ ਮੈਂ ਗੱਲ ਕਰਾਂ ਵਰਕਿੰਗ ਲੈਂਗੁਏਜ ਕਿਹੜੀ ਦੇ ਵਿੱਚ ਹੁੰਦੀ ਹੈ, ਲੈਂਗੁਏਜਿਸ ਜਿਹਦੇ ਵਿੱਚ ਕੰਮ ਹੁੰਦਾ, ਉਹ ਨੇ ਜੀ ਫਰੈਂਚ ਅਤੇ ਇੰਗਲਿਸ਼। ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਿਓ। ਬੇਸਿਕਲੀ ਚਾਹੁੰਦਾ ਇਹਨਾਂ ਦਾ ਸਕਰੀਨਸ਼ਾਟ ਲੈ ਲਓ ਜੀ। ਹਰ ਇੱਕ ਗੱਲ ਨਾਲ ਕੁਐਸਚਨ ਬਣਦੀ ਹੈ ਅਤੇ ਜੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਤਾਂ ਨੰਬਰ ਤੁਹਾਡਾ ਆਉਣਾ ਹੀ ਚਾਹੀਦਾ, ਗਲਤ ਨਹੀਂ ਕਰੋਗੇ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ। ਉਸ ਤੋਂ ਬਾਅਦ ਕਹਿ ਰਿਹਾ ਜੀ, ਮੈਂ ਗਿਆਨਪੀਠ ਅਵਾਰਡ ਬਾਰੇ ਗੱਲ ਕੀਤੀ ਸੀ, ਜਿਹਨੂੰ ਕਿ ਜਨਨਪੀਠ ਅਵਾਰਡ ਵੀ ਕਹਿ ਦਿੰਦੇ ਆ। ਲਾਸਟ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਪਹਿਲੇ ਹਿੰਦੀ ਰਾਈਟਰ ਕੌਣ ਸੀ, ਹਿੰਦੀ ਲੈਂਗੁਏਜ ਵਿੱਚ ਕਿਹਨੂੰ ਮਿਲਿਆ ਸੀਗਾ। ਆਹ ਕੁਐਸਚਨ ਦੇ ਵਿੱਚ ਪੁੱਛਿਆ ਹੋਏਗਾ ਕਿ ਇੰਗਲਿਸ਼ ਲੈਂਗੁਏਜ ਦੇ ਵਿੱਚ ਕਿਹਨੂੰ ਮਿਲਿਆ ਹੈਗਾ, ਤਾਂ ਇੰਗਲਿਸ਼ ਲੈਂਗੁਏਜ ਵੀ 2018 ਵਿੱਚ ਮਿਲਿਆ ਜੀ ਅਮਿਤਾਭ ਘੋਸ਼ ਨੂੰ। ਜੇਕਰ ਤੁਸੀਂ ਭੁੱਲ ਗਏ ਹੋ, ਮੈਂ ਇੰਗਲਿਸ਼ ਹਿੰਦੀ ਵਾਲਾ ਵੀ ਯਾਦ ਕਰਵਾ ਦੇਣਾ ਜੀ, ਸੁਮਿਤਰਾ ਨੰਦਨ ਪੰਤ ਨੂੰ ਮਿਲਿਆ ਸੀਗਾ। ਇੰਸਟੀਟਿਊਟ ਹੋਇਆ ਸੀਗਾ 1961 ਦੇ ਵਿੱਚ ਇਹ ਅਵਾਰਡ, ਅਤੇ ਫਸਟ ਟਾਈਮ 1965 ਦੇ ਵਿੱਚ ਦਿੱਤਾ ਗਿਆ ਸੀਗਾ। ਕਿਹੜੀ ਲੈਂਗੁਏਜ ਨੂੰ ਮਿਲਿਆ ਸੀਗਾ ਪਹਿਲੀ ਵਾਰ? ਮਲਿਆਲਮ ਨੂੰ। ਹੁਣ ਗੱਲ ਕਰਦੇ ਹਾਂ ਆਪਾਂ ਅਗਲੇ ਕੁਐਸਚਨ ਦੀ, ਜੋ ਗੱਲ ਕਰਦਾ ਹੈਗਾ ਆਪਣੇ 17 ਸਸਟੇਨੇਬਲ ਡਿਵੈਲਪਮੈਂਟ ਗੋਲਸ ਬਾਰੇ। ਉਹਨਾਂ ਵਿੱਚੋਂ ਪਹਿਲਾ ਗੋਲ ਕਿਹੜਾ ਹੈ? 17 ਕਿਹੜੇ ਨੇ? ਆਹ ਦੇਖ ਲਓ ਜੀ ਤੁਸੀਂ, ਆਹ 17 ਗੋਲ ਨੇ, ਯਾਦ ਰੱਖੋ, ਇਹਦੀ ਫੋਟੋ ਖਿੱਚ ਲਓ ਜੇ ਤੁਸੀਂ ਪਹਿਲਾਂ ਹੀ ਪਤਾ ਤਾਂ ਵਧੀਆ ਗੱਲ ਹੈ। ਜਿਹਦੇ ਵਿੱਚ ਕੀ ਕਹਿ ਰਿਹਾ ਜੀ, ਨੋ ਪੋਵਰਟੀ, ਯਾਨੀ ਕਿ ਆਪਾਂ ਗਰੀਬੀ ਨੂੰ ਖਤਮ ਕਰਨਾ ਹੈ। ਆਹ 17ਵਾਂ ਟੋਟਲ 17 ਗੋਲ ਨੇ, ਅਤੇ ਪਹਿਲਾ ਗੋਲ ਆਹੀ ਹੈ ਐਲੀਵੀਏਸ਼ਨ ਆਫ ਪੋਵਰਟੀ, ਯਾਨੀ ਕਿ ਗਰੀਬੀ ਨੂੰ ਹਟਾਉਣਾ ਹੈਗਾ। ਅਤੇ ਸਸਟੇਨੇਬਲ ਡਿਵੈਲਪਮੈਂਟ ਗੋਲ ਆਹੀ ਹੈ ਜੀ, ਆਪਾਂ ਆਹ ਕੰਮ ਕਰਨਾ ਹੈਗਾ ਤਾਂ ਕਿ ਆਪਾਂ ਆਉਣ ਵਾਲੀ ਜਨਰੇਸ਼ਨ ਲਈ ਵੀ ਆਹ ਚੀਜ਼ਾਂ ਜਿਹੜੀ ਹੈ, ਕਿਉਂਕਿ ਜਦੋਂ ਆਪਾਂ ਰੀਨਿਊਏਬਲ ਐਨਰਜੀ ਦੀ ਗੱਲ ਕਰਦੇ ਹਾਂ ਨਾ ਜੀ, ਆਪਾਂ ਆਹੀ ਗੱਲ ਕਰਦੇ ਹਾਂ ਵੀ ਆਪਾਂ ਉਹ ਸੋਰਸਿਸ ਜਿਹੜੇ ਖਤਮ ਹੋ ਸਕਦੇ ਨੇ ਉਹਨਾਂ ਦੀ ਵਰਤੋਂ ਆਪਾਂ ਇੱਕ ਪਰਟੀਕੂਲਰ ਮੈਨਰ ਦੇ ਵਿੱਚ ਹੀ ਕਰੀਏ ਤਾਂ ਕਿ ਜਿਹੜੀ ਆਪਣੀ ਆਉਣ ਵਾਲੀ ਜਨਰੇਸ਼ਨ ਹੈ ਨਾ ਉਹ ਵੀ ਉਹਨੂੰ ਯੂਜ਼ ਕਰ ਸਕੇ, ਉਹਨਾਂ ਲਈ ਵੀ ਹੈਲਪਫੁਲ ਰਹਿ ਸਕੇ। ਤਾਂ ਨੈਕਸਟ ਕੁਐਸਚਨ ਹੈ ਇਹਦਾ, ਵੈਨ ਡਿਡ ਮੈਨ ਫਸਟ ਲੈਂਡ ਔਨ ਦਾ ਮੂਨ, ਯਾਨੀ ਕਿ ਮਨੁੱਖ ਨੇ ਮੂਨ ਦੇ ਉੱਪਰ, ਚੰਦਰਮਾ ਦੇ ਉੱਤੇ ਪਹਿਲੀ ਵਾਰ ਕਦੋਂ ਪਹੁੰਚਿਆ ਜਾਂ ਪੈਰ ਰੱਖਿਆ। ਕਈ ਵਾਰ ਕੁਐਸਚਨ ਆ ਵੀ ਪੁੱਛ ਲੈਂਦੇ ਨੇ ਪਹਿਲਾ ਮਨੁੱਖ ਕੌਣ ਸੀ ਜਿਹੜਾ ਚਾਂਦ ਉੱਤੇ ਚੱਲਿਆ ਸੀਗਾ। ਪਹਿਲਾਂ ਤਾਂ ਆਪਾਂ ਇਸ ਕੁਐਸਚਨ ਦਾ ਆਨਸਰ ਦੇਖਦੇ ਹਾਂ, ਉਹ ਹੈਗਾ ਜੀ 1969। ਤੁਹਾਨੂੰ ਪਤਾ ਹੈ 1969 ਜਿਹੜਾ ਆਪਣਾ ਇਸਰੋ ਹੈ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਜਿਹਦਾ ਹੈੱਡਕੁਆਟਰ ਬੈਂਗਲੁਰੂ ਦੇ ਵਿੱਚ ਹੈ, ਉਹ ਵੀ 1969 ਦੇ ਵਿੱਚ ਹੀ ਇਸਟੈਬਲਿਸ਼ ਹੋਇਆ ਸੀਗਾ। ਆਈ ਹੋਪ ਤੁਹਾਨੂੰ ਯਾਦ ਕਰਨ ਦੇ ਵਿੱਚ ਕਾਫੀ ਜ਼ਿਆਦਾ ਈਜ਼ੀ ਰਹੂਗਾ ਕਿ ਪਹਿਲੀ ਵਾਰ ਹੀ ਚੰਦਰਮਾ ਦੇ ਉੱਪਰ ਜਦੋਂ ਆਦਮੀ ਉਤਰਿਆ ਸੀ 1969 ਸੀ, ਅਤੇ ਉਦੋਂ ਹੀ ਇਸਰੋ ਬਣਿਆ ਸੀਗਾ ਆਪਣਾ। ਹਾਲਾਂਕਿ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ, ਲੇਕਿਨ ਆਪਾਂ ਈਅਰ ਯਾਦ ਕਰਨ ਲਈ ਨਾ ਆਪਾਂ ਨੂੰ ਹੈਲਪ ਕਰੂਗਾ। ਉਸ ਸਮੇਂ ਜਿਹੜਾ 3 ਐਸਟਰੋਨੋਟ ਗਏ ਸੀਗੇ, ਮਿਸ਼ਨ ਦਾ ਨਾਮ ਸੀਗਾ ਅਪੋਲੋ 11। ਇਹ ਬਹੁਤ ਵਾਰ ਪੁੱਛਿਆ ਗਿਆ ਐਗਜ਼ਾਮ ਦੇ ਵਿੱਚ। ਅਤੇ 3 ਐਸਟਰੋਨੋਟ ਕਿਹੜੇ ਸੀਗੇ? ਪਹਿਲਾ ਸੀਗਾ ਨੀਲ ਆਰਮਸਟਰੋਂਗ, ਕਿਉਂਕਿ ਹੀ ਵਾਜ਼ ਦਾ ਫਸਟ ਮੈਨ ਲੈਂਡ ਔਨ ਦਾ ਮੂਨ, ਯਾਨੀ ਕਿ ਇਹਨੇ ਪਹਿਲਾ ਕਦਮ ਨੀਲ ਆਰਮਸਟਰੋਂਗ ਨੇ ਰੱਖਿਆ ਸੀਗਾ। ਦੂਜੇ ਸੀਗੇ ਮਾਈਕਲ ਕੋਲਿਨਸ, ਅਤੇ ਥਰਡ ਵਨ ਸੀਗਾ ਐਡਵਿਨ ਐਲਡਰਿਨ। ਜੇਕਰ ਮੈਂ ਗੱਲ ਕਰਾਂ ਸਿਰਫ ਨੀਲ ਆਰਮਸਟਰੋਂਗ ਅਤੇ ਐਡਵਿਨ ਐਲਡਰਿਨ, ਇਹੀ ਜਿਹੜੇ ਸੀਗੇ ਮੂਨ ਦੀ ਸਤਹ 'ਤੇ ਉਤਰੇ ਸੀਗੇ, ਯਾਨੀ ਕਿ ਫਸਟ ਮੈਨ ਨੀਲ ਆਰਮਸਟਰੋਂਗ ਹੈ, ਸੈਕਿੰਡ ਕੌਣ ਹੈ? ਐਡਵਿਨ ਐਲਡਰਿਨ। ਮਾਈਕਲ ਕੋਲਿਨ ਨਹੀਂ ਉਤਰੇ ਸੀਗੇ। ਤਾਂ ਆਹ ਚੀਜ਼ ਦਾ ਧਿਆਨ ਰੱਖਿਓ। ਆਨਸਰ ਹੈ ਆਪਣਾ ਆਪਸ਼ਨ ਨੰਬਰ ਡੀ। ਕਾਫੀ ਇੰਪੋਰਟੈਂਟ ਕੁਐਸਚਨ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਆਪਣੀ ਇੰਡੀਅਨ ਇਕੋਨਮੀ ਹੈ, ਉਹਦੇ ਵਿੱਚ ਆਪਾਂ ਨੂੰ ਪਤਾ 3 ਸੈਕਟਰ ਹੁੰਦੇ ਨੇ, ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ। ਤਾਂ ਟਰਾਂਸਪੋਰਟ ਕਿਹੜੇ ਸੈਕਟਰ ਦੇ ਵਿੱਚ ਫੋਲ ਕਰਦਾ ਹੈਗਾ? ਆਪਾਂ ਇੱਕ ਇੱਕ ਕਰਕੇ ਡਿਸਕਸ ਕਰ ਲੈਣਾ ਹੈ ਜੀ। ਜਿਹੜਾ ਪ੍ਰਾਇਮਰੀ ਹੈ ਨਾ, ਬੇਸਿਕਲੀ ਜਿਹੜੇ ਆਪਾਂ ਉਹ ਐਕਟੀਵਿਟੀ ਜਿਹੜੀ ਆਪਾਂ ਨੈਚੁਰਲ ਰਿਸੋਰਸਿਸ ਦੇ ਥਰੂ ਕਰਦੇ ਹਾਂ, ਜਿਵੇਂ ਕਿ ਐਗਰੀਕਲਚਰ ਹੋ ਗਿਆ, ਮਾਈਨਿੰਗ ਹੋ ਗਈ, ਫਿਸ਼ਿੰਗ ਹੋ ਗਈ, ਫੋਰੈਸਟਰੀ, ਡਾਇਰੀ ਐਕਸੈਟਰਾ, ਆਹ ਜਿਹੜੀ ਚੀਜ਼ਾਂ ਨੇ ਆਉਂਦੇ ਨੇ ਪ੍ਰਾਇਮਰੀ ਦੇ ਵਿੱਚ। ਫਿਰ ਗੱਲ ਕਰਦੇ ਹਾਂ ਸੈਕੰਡਰੀ ਦੀ। ਬੇਸਿਕਲੀ ਇਹਦੇ ਵਿੱਚ ਮੈਨੂਫੈਕਚਰਿੰਗ ਆ ਗਈ, ਕੰਸਟਰਕਸ਼ਨ ਆ ਗਿਆ, ਉਹ ਜਿਹੜੀ ਨੇ ਸੈਕੰਡਰੀ ਦੇ ਵਿੱਚ ਯੂਜ਼ ਹੁੰਦੀਆਂ ਨੇ। ਅਤੇ ਟਰਸ਼ਰੀ ਦੇ ਵਿੱਚ ਆਉਂਦਾ ਜਿਵੇਂ ਟਰੇਡ ਹੋ ਗਿਆ, ਟੂਰਿਜ਼ਮ ਹੋ ਗਿਆ, ਸਕੂਲਿੰਗ ਹੋ ਗਿਆ, ਟਰਾਂਸਪੋਰਟ ਹੋ ਗਿਆ, IT ਸੈਕਟਰ ਹੋ ਗਿਆ, ਆਹ ਸਾਰਾ ਟਰਸ਼ਰੀ ਦੇ ਵਿੱਚ ਆਉਂਦਾ ਹੈਗਾ। ਅਤੇ ਇੱਕ ਮੈਂ GDP ਬਾਰੇ ਗੱਲ ਕਰਾਂ ਨਾ, ਜਿਹੜੀ GDP ਗਰੋਥ ਹੁੰਦੀ ਆ ਉਹਦੇ ਵਿੱਚ ਨਾ ਟਰਸ਼ਰੀ ਜਿਹੜਾ ਹੈ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਦਿਖਾਉਂਦਾ ਹੈਗਾ। ਅੱਜ ਦੀ ਡੇਟ ਦੀ ਗੱਲ ਕਰ ਰਿਹਾ। ਅਤੇ ਹੁਣ ਟਰਾਂਸਪੋਰਟ ਦੀ ਗੱਲ ਕਰੀਏ, ਕਿਹੜੇ ਸੈਕਟਰ ਦੇ ਵਿੱਚ ਆ ਰਿਹਾ ਜੀ? ਆਹ ਸਿੱਧਾ ਤੁਹਾਨੂੰ ਦਿਖ ਰਿਹਾ ਟਰਸ਼ਰੀ ਦੇ ਵਿੱਚ। ਆਨਸਰ ਕੀ ਹੋ ਜਾਊਗਾ ਆਪਣਾ? ਆਪਸ਼ਨ ਨੰਬਰ C, ਟਰਸ਼ਰੀ। ਨੈਕਸਟ ਕੁਐਸਚਨ ਹੈ ਉਹ ਤੋਂ ਬਾਅਦ ਜੀ, ਆਯੁਸ਼ਮਾਨ ਭਾਰਤ ਹੈ, ਉਹਦੇ ਨਏ CEO ਕਿਹਨੂੰ ਅਪੋਇੰਟ ਕੀਤਾ ਗਿਆ ਹੈਗਾ? ਇਹ ਉਹੀ ਨੇ ਜੀ ਜੋ ਪਹਿਲਾਂ ਟਰਾਈ ਦੇ CEO ਵੀ ਰਹਿ ਚੁੱਕੇ ਨੇ, ਅਤੇ ਜਿਹੜਾ ਆਪਣੀ ਵੈਕਸੀਨ ਮੈਤਰੀ ਆ ਉਹਦੇ ਵੀ CEO ਨੇ। ਨਾਮ ਇਹਨਾਂ ਦਾ ਜੀ RS ਸ਼ਰਮਾ, ਯਾਨੀ ਕਿ ਰਾਮ ਸੇਵਕ ਸ਼ਰਮਾ। ਆਪਸ਼ਨ ਨੰਬਰ A। ਹੁਣ ਆਪਾਂ ਨੂੰ 4 ਚੀਜ਼ਾਂ ਦਿੱਤੀ ਗਈਆਂ ਨੇ ਜੀ, ਲਿਸਟ 1 ਅਤੇ ਲਿਸਟ 2 ਦੋਨਾਂ ਨੂੰ ਮੈਚ ਕਰਨਾ ਹੈਗਾ। ਪਹਿਲੀ ਗੱਲ ਕਰ ਰਿਹਾ ਕਿ ਆਰਟੀਕਲ 14 ਗੱਲ ਕਰਦਾ ਹੈਗਾ ਫੰਡਾਮੈਂਟਲ ਰਾਈਟ ਦੀ,
ਜਿਹਨੂੰ ਆਪਾਂ ਐਗਜ਼ੈਕਟ ਗੱਲ ਕਰੀਏ, ਕਿਉਂਕਿ 12 ਤੋਂ 35 ਆਪਣਾ ਫੰਡਾਮੈਂਟਲ ਰਾਈਟਸ ਆਉਂਦਾ ਹੈਗਾ ਜੀ। ਉਸ ਤੋਂ ਬਾਅਦ ਫਿਰ 36 ਤੋਂ 51 ਜਿਹੜਾ ਹੈਗਾ ਉਹ DPSP ਆਉਂਦੇ ਨੇ, ਯਾਨੀ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਤਾਂ 14 ਹੈਗਾ ਤਾਂ ਦੈਟ ਮੀਨਸ 14 ਇਹ ਰਾਈਟ ਟੂ ਇਕੁਐਲਿਟੀ ਬਾਰੇ ਗੱਲ ਕਰਦਾ ਹੈ। ਜੇ ਮੈਂ 368 ਬਾਰੇ ਗੱਲ ਕਰਾਂ ਜੀ, ਇਹ ਤਾਂ ਤੁਹਾਨੂੰ ਯਾਦ ਹੀ ਹੋਣਾ, ਅਮੈਂਡਮੈਂਟ ਬਾਰੇ ਗੱਲ ਕਰਦਾ। 36 DPSP ਯਾਨੀ ਕਿ ਡਾਇਰੈਕਟਿਵ ਪ੍ਰਿੰਸੀਪਲ, ਅਤੇ 74 ਹੈਗਾ ਜੀ ਕਾਊਂਸਿਲ ਆਫ ਮਿਨਿਸਟਰ ਲਈ। ਦੈਟ ਮੀਨਸ ਇਹਦਾ ਜਿਹੜਾ ਹੋਊਗਾ 3 ਆਊਗਾ। ਆਈ ਥਿੰਕ ਆਹੀ ਆਂਸਰ ਸਹੀ ਹੋਊਗਾ ਇਹਦਾ ਜੀ। ਫਿਰ ਵੀ ਆਪਾਂ ਦੇਖ ਲੈਂਦੇ ਹਾਂ। B ਦਾ 4 ਹੈ, ਬਿਲਕੁਲ ਸਹੀ। C ਦਾ 2 ਆ ਗਿਆ, ਅਤੇ D ਦਾ 1 ਆ ਗਿਆ, ਬਿਲਕੁਲ ਸਹੀ। ਆਹੀ ਆਂਸਰ ਹੈ ਜੀ। ਚਲੋ ਆਹ ਲਿਖੇ ਵੀ ਹੋਏ ਨੇ, ਤੁਸੀਂ ਦੇਖ ਲਿਓ ਇੱਕ ਵਾਰੀ। ਆਪਾਂ ਜ਼ਿਆਦਾ ਟਾਈਮ ਨਹੀਂ ਲਾਉਣੇ ਕਿਉਂਕਿ ਮੈਂ ਇਹਨੂੰ ਐਕਸਪਲੇਨ ਬਹੁਤ ਵਾਰ ਕਰ ਚੁੱਕਿਆ। ਉਸ ਤੋਂ ਬਾਅਦ ਗੱਲ ਕਰ ਰਿਹਾ ਹੈਗਾ ਵਿਚ ਸਟੇਟ ਰੈਂਕਡ ਹਾਈਐਸਟ ਇਨ ਦਾ ਇੰਡੀਅਨ ਜਸਟਿਸ ਰਿਪੋਰਟ 2020। ਹੁਣ ਹਾਲ ਹੀ ਦੇ ਵਿੱਚ 10-15 ਦਿਨ ਪਹਿਲਾਂ ਹੀ ਆਹ ਜਿਹੜੀ ਰੈਂਕਿੰਗ ਆਈ ਹੈਗੀ ਹੈ ਇੰਡੀਅਨ ਜਸਟਿਸ ਰਿਪੋਰਟ, ਇਹ ਬੇਸਿਕਲੀ ਕੈਲਕੂਲੇਟ ਕਿਵੇਂ ਕਰਦੇ ਨੇ ਅਤੇ ਕਿਸ ਸਟੇਟ ਨੇ ਇਹਦੇ ਵਿੱਚ ਸਭ ਤੋਂ ਪਹਿਲਾ ਰੈਂਕ ਹਾਸਿਲ ਕੀਤਾ। ਆਹ ਸਟੇਟ ਨਾਲ ਬੇਸਿਕਲੀ 4 ਪਿਲਰ ਹੁੰਦੇ ਨੇ, ਉਹਨਾਂ ਦੇ ਉੱਪਰ ਗੱਲ ਕਰਦਾ ਹੈਗਾ। ਕਿਹੜੇ ਨੇ ਉਹ? ਜੁਡੀਸ਼ਰੀ ਯਾਨੀ ਕਿ ਨਿਆਂਪਾਲਿਕਾ ਬਾਰੇ ਗੱਲ ਕਰਦਾ ਹੈ, ਉਸ ਸਟੇਟ ਦੀ ਪੁਲਿਸ ਬਾਰੇ ਗੱਲ ਕਰਦਾ ਹੈ, ਉਸ ਦੇ ਪ੍ਰਿਜ਼ਨ ਬਾਰੇ ਗੱਲ ਕਰਦਾ, ਜੇਲ੍ਹ ਕੀ ਸਿਸਟਮ ਕਿਵੇਂ ਦਾ ਉੱਥੇ, ਅਤੇ ਚੌਥੀ ਗੱਲ ਜਿਹੜਾ ਲੀਗਲ ਏਡ, ਕਿ ਜਿਨ੍ਹਾਂ ਕੋਲ ਵਕੀਲ ਕਰਨ ਲਈ ਪੈਸੇ ਨਹੀਂ ਹੈਗੇ, ਯਾਨੀ ਕਿ ਗਰੀਬ ਤਬਕਾ ਹੈ, ਉਹਨੂੰ ਜਿਹੜੀ ਹੈ ਫ੍ਰੀ ਲੀਗਲ ਐਡ ਵੀ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ। ਤਾਂ ਆਹ ਚਾਰੋਂ ਚੀਜ਼ ਜਿਹੜਾ ਹੈ ਇਹਦੇ ਵਿੱਚ ਦੇਖੀ ਜਾਂਦੀ ਹੈ। ਅਤੇ ਜਿਹੜੇ ਸਟੇਟ ਨੇ ਇਹਨੂੰ ਟੋਪ ਕੀਤਾ ਹੈਗਾ ਉਹ ਹੈਗਾ ਮਹਾਰਾਸ਼ਟਰ। ਆਨਸਰ ਹੋ ਜਾਊਗਾ ਆਪਸ਼ਨ ਨੰਬਰ B। ਅਤੇ ਜਿਹੜਾ ਲਾਸਟ ਰਿਹਾ ਉਹ ਹੈ ਜੀ ਐਜ਼ ਯੂਜੂਅਲ ਆਪਣਾ ਕ੍ਰਾਈਮ ਸਟੇਟ ਹੈ, ਉਹ ਹੈਗਾ ਉੱਤਰ ਪ੍ਰਦੇਸ਼। ਆਹ ਸੀਗੀ ਆਪਣੀ ਵੀਡੀਓ। ਆਈ ਥਿੰਕ ਇੱਕ ਪੁਆਇੰਟ ਹੋ ਰਿਹਾ, ਜੇਕਰ ਮੈਂ ਸਮੋਲ ਸਟੇਟ ਦੀ ਗੱਲ ਕਰਾਂ ਨਾ, ਕਿਉਂਕਿ ਆਹ ਤਾਂ ਸਟੇਟ ਕਾਫੀ ਵੱਡੇ ਨੇ, ਮੀਡੀਅਮ ਅਤੇ ਵੱਡੇ ਸਟੇਟਸ ਨੇ, ਅਤੇ ਸਮੋਲ ਸਟੇਟ ਦੀ ਗੱਲ ਕਰਾਂ ਉਹ ਹੈਗਾ ਜੀ ਗੋਆ ਰਿਹਾ ਫਸਟ ਇੰਡੀਅਨ ਜਸਟਿਸ ਰਿਪੋਰਟ ਦੇ ਮੁਕਾਬਲੇ। ਤਾਂ ਆਹ ਸੀਗਾ ਅੱਜ ਦਾ ਆਪਣਾ ਸੈਸ਼ਨ ਵੀ। ਜੇ ਚੰਗਾ ਲੱਗਿਆ ਹੋ ਤਾਂ ਲਾਈਕ ਜ਼ਰੂਰ ਕਰਿਓ, ਅਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਵੀ ਕਰੋ ਜੇ ਤੁਸੀਂ ਕਰ ਸਕਦੇ ਹੋ। ਵਧੀਆ ਗੱਲ ਹੈ, ਹੋਰ ਬੱਚੇ ਆਪਣੇ ਨਾਲ ਜੁੜਨਗੇ। ਤਾਂ ਸੀਗਾ ਅੱਜ ਦਾ ਆਪਣਾ ਲੈਕਚਰ। ਜੇ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ। ਤਾਂ ਥੈਂਕਸ ਫॉर ਵਾਚਿੰਗ। ਜਲਦੀ ਮਿਲਾਂਗੇ ਅਗਲੇ ਸੈਸ਼ਨ ਦੇ ਵਿੱਚ। ਜੈ ਹਿੰਦ।